ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਪਰਮ ਸਨਮਾਨਯੋਗ ਵਾਲੀਏ ਕੁਲ ਆਲਮ ਮੁਜੱਸਮੇ ਆਬੇ ਹਯਾਤ ਬਾਣੀ ਦੇ ਬੋਹਿਤ ਸ਼ਬਦਾ ਅਵਤਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰਦੁਆਰਾ ਧੰਨ ਧੰਨ ਗੁਰੂ ਹਰਿਰਾਏ ਸਾਹਿਬ ਜੀ ਸੰਤ ਵਿਹਾਰ ਵਿਖੇ ਚੱਲ ਰਹੀ ਲੜੀਵਾਰ ਜਪਜੀ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜਨ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਤਮਸਤਕ ਹੋ ਰਹੇ ਸਤ ਸੰਗੀ ਜਨੋ, ਆਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ 13ਵੀਂ ਪੌੜੀ ਦੀ ਵਿਚਾਰ ਜੋ ਮੰਨੇ ਦੀਆਂ ਪੌੜੀਆਂ ਆਪਾਂ ਸ਼ੁਰੂ ਕੀਤੀਆਂ ਹਨ ਉਸ ਦੀ ਦੂਸਰੀ ਪੌੜੀ ਹੈ। ਸਭ ਤੋਂ ਪਹਿਲਾਂ ਇਸ ਪੌੜੀ ਦਾ ਮੂਲ ਪਾਠ ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ,
मन्नै जम कै साथ न जाए, ऐसा नाम निरंजन होए। जे को मन जाने मन कोय, ऐसा नाम निरंजन होए। जे को मन जाने मन कोय। वाहिगुरु जी का खालसा, वाहिगुरु जी की फतेह। परम सत्कारयोग साध संगत जी, इस पौड़ी की आरंभ वाली पंक्ति मन्नै सुरत होवै मन बुद्ध, मन्नै सगल भवन की सुध। ਜਿਹੜੀ ਆਪਾਂ ਇਸ ਤੋਂ ਪਹਿਲਾਂ ਵਾਲੀ ਪੌੜੀ ਵਿਚਾਰੀ ਸੀ, ਉਸ ਪੌੜੀ ਦੇ ਆਪਾਂ ਵਿਚਾਰ ਕੀਤੀ ਸੀ ਕਿ ਇਹਨਾਂ ਦੋਨਾਂ ਪੌੜੀਆਂ ਦੇ ਵਿੱਚ ਇਹ ਅੰਤਰ ਹੈ ਕਿ ਜੋ ਪਿੱਛੇ ਵਾਲੀ ਪੌੜੀ ਹੈ ਉਹਦੇ ਵਿੱਚ ਉਹਨਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਤੁਰ ਹਿਰਦੇ ਦੇ ਵਿੱਚ ਮੰਨ ਲਿਆ ਹੈ, ਜਿਹੜੇ ਮੰਨ ਚੁੱਕੇ ਹਨ। ਔਰ ਇਸ ਪੌੜੀ ਦੇ ਵਿੱਚ ਤੇ ਇਹਦੀਆਂ ਨਾਲ ਦੀਆਂ ਜੋ ਦੋ ਪੌੜੀਆਂ ਹੋਰ ਹੈ ਉਹਨਾਂ ਦੇ ਵਿੱਚ ਆਵੇਗਾ ਜਿਹੜੇ ਮੰਨਣਗੇ, ਹੱਲੇ ਉਹਨਾਂ ਨੇ ਮੰਨਿਆ ਨਹੀਂ ਹੈ। ਪਹਿਲੀ ਪੌੜੀ ਦੇ ਵਿੱਚ ਮੰਨਣ ਵਾਲਿਆਂ ਦੀ ਗੱਲ, ਔਰ ਅਗਲੀਆਂ ਹੁਣ ਜਿਹੜੀਆਂ ਤਿੰਨ ਪੌੜੀਆਂ ਮੰਨਿਆਂ ਦੀਆਂ ਸ਼ੁਰੂ ਹੋਣਗੀਆਂ ਉਹਦੇ ਵਿੱਚ ਉਹਨਾਂ ਦੇ ਬਾਰੇ ਮਹਾਰਾਜ ਵਿਚਾਰ ਕਰਦੇ ਹੈ। ਜੇਕਰ ਮੰਨ ਲੈਣ ਤਾਂ ਇਹਦਾ ਮਤਲਬ ਆਉਣ ਵਾਲੇ ਸਮੇਂ ਦੀ ਗੱਲ ਕਰਦੇ ਆ, ਤੇ ਜਿਹੜੀ ਪਹਿਲੀ ਪੌੜੀ ਹੈ ਉਹਦੇ ਵਿੱਚ ਬੀਤ ਚੁੱਕੇ ਸਮੇਂ ਦੀ ਗੱਲ ਹੈ ਕਿ ਜਿਨ੍ਹਾਂ ਨੇ ਮੰਨ ਲਿਆ ਹੈ। ਕਿਉਂਕਿ ਨੰਨੇ ਨੂੰ ਇੱਥੇ ਦੋ ਲਾਵਾਂ ਲੱਗੀਆਂ ਹੋਈਆਂ ਵੀ ਇਹਦਾ ਉਚਾਰਨ ਜਿਹੜਾ ਆਪਾਂ ਮੰਨੇ ਨਹੀਂ ਕਰਨਾ, ਮੰਨੈ ਕਰਨਾ। ਮੰਨੈ ਸੁਰਤ ਹੋਵੈ ਮਨ ਬੁੱਧ, ਇਸ ਤਰੀਕੇ ਨਾਲ ਇਹਦਾ ਉਚਾਰਨ ਹੋਵੇਗਾ। ਇਸ ਪੰਕਤੀ ਦੇ ਵਿੱਚ एक शब्द आ रहा सुरत, दूसरा शब्द आ रहा मन, ते तीसरा शब्द आ रहा बुद्ध। एक तो साडी सुरत वो है जो असी परमात्मा दे नाल जोड़नी है, जिन्नू असी बाणी दे विच पढ़दे हाँ। गुरु नानक देव जी महाराज नू सवाल कीता सीगा सिद्धा ने कि तेरा गुरु कौन है, ते महाराज ने कहा सी शब्द गुरु सुरत धुन चेला, कि जिहड़ी मेरी सुरत है ਉਹ ਉਹਦੀ ਧੁਨ ਦੇ ਵਿੱਚ ਜਿਹੜੀ ਹੈ ਉਹ ਲੱਗੀ ਹੋਈ ਹੈ, ਤੇ ਉਹ ਉਹਦੀ ਕੀ ਹੈ ਚੇਲਾ, ਤੇ ਗੁਰੂ ਮੇਰਾ ਹੈਗਾ ਸ਼ਬਦ। ਇੱਕ ਤੇ ਸੁਰਤ ਉਹ ਹੈ, ਲੇਕਿਨ ਇੱਥੇ ਜੋ ਸੁਰਤ ਦੇ ਅਖਰੀ ਅਰਥ ਆ ਰਹੇ ਆ ਨਾ, ਉਹ ਸੁਰਤ ਆਪਣੀ ਸੁਰਤ ਦੀ ਗੱਲ ਨਹੀਂ ਆ ਰਹੀ, ਮਨੁੱਖ ਦੀ ਸੁਰਤ ਦੀ ਗੱਲ ਨਹੀਂ ਆ ਰਹੀ। ਇੱਥੇ ਗੱਲ ਆ ਰਹੀ ਹੈ ਸੋਝੀ ਦੀ। ਜੇਕਰ ਤੂੰ ਉਹਦੇ ਨਾਮ ਨੂੰ ਆਪਣੇ ਤੁਰ ਹਿਰਦੇ ਤੋਂ ਮੰਨ ਲਵੇਂਗਾ, ਫਿਰ ਤੇਰੇ ਮਨ ਦੇ ਵਿੱਚ ਵੀ ਸੋਝੀ ਆ ਜਾਵੇਗੀ ਤੇ ਤੇਰੀ ਬੁੱਧ ਦੇ ਵਿੱਚ ਵੀ ਸੋਝੀ ਆ ਜਾਵੇਗੀ। ਸੁਰਤ ਦਾ ਇੱਥੇ ਅਖਰੀ ਅਰਥ ਜੋ ਵਿਦਵਾਨਾਂ ਨੇ ਕੀਤਾ ਉਹ ਹੈ ਸੋਝੀ, ਉਹ ਹੈ ਪ੍ਰਗਾਸ਼। ਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੋਨਾਂ ਸ਼ਬਦਾਂ ਨੂੰ ਲਵਾਂਗੇ। ਪਹਿਲਾ ਸ਼ਬਦ ਮਨ ਤੇ ਦੂਸਰਾ ਹੈ ਬੁੱਧ। ਪਹਿਲਾਂ ਆਪਾਂ ਮਨ ਦੀ ਪਰਿਭਾਸ਼ਾ ਕੀ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਸਾਡੇ ਸਰੀਰ ਦੇ ਬਾਕੀ ਸਾਰੇ ਅੰਗ ਹਨ, ਇਸ ਤਰ੍ਹਾਂ ਮਨ ਇਸ ਤਰ੍ਹਾਂ ਦਾ ਅੰਗ ਨਹੀਂ ਹੈ, ਕਿਉਂਕਿ ਬਾਕੀ ਸਰੀਰ ਦੇ ਅੰਗ ਸਾਨੂੰ ਦਿਖਾਈ ਦਿੰਦੇ ਹਨ, ਲੇਕਿਨ ਮਨ ਜਿਹੜਾ ਉਹ ਸਾਨੂੰ ਦਿਖਾਈ ਨਹੀਂ ਦਿੰਦਾ, ਲੇਕਿਨ ਹੈ ਜ਼ਰੂਰ ਇਹ ਸਰੀਰ ਦੇ ਵਿੱਚ ਹੈ ਜ਼ਰੂਰ। ਆਮ ਤੌਰ ਤੇ ਅਸੀਂ ਆਪਸ ਵਿੱਚ ਜਦੋਂ ਗੱਲ ਕਰਦੇ ਆ ਨਾ, ਤੇ ਅਸੀਂ ਕਹਿੰਦੇ ਆ ਕਿ ਮੈਂ ਉਸ ਬੰਦੇ ਨੂੰ ਦੇਖਿਆ ਤੇ ਦੇਖ ਕੇ ਮੇਰਾ ਮਨ ਸੜ ਗਿਆ। ਇਹਦਾ ਮਤਲਬ ਅੱਖਾਂ ਦੇ ਨਾਲ ਦੇਖਣਾ, ਕੰਨਾਂ ਦੇ ਨਾਲ ਸੁਣਨਾ,
ਇਹਦਾ ਅਸਰ ਕੌਣ ਕਬੂਲ ਕਰ ਰਿਹਾ? ਮਨ ਕਬੂਲ ਕਰ ਰਿਹਾ। ਆਮ ਤੌਰ ਤੇ ਸਾਡੀ ਇਹ ਭਾਸ਼ਾ ਅਸੀਂ ਕਹਿੰਦੇ ਆ ਵੀ ਮੈਂ ਉਹਨੂੰ ਦੇਖਿਆ ਤੇ ਮੇਰਾ ਮਨ ਹੀ, ਇਹਦਾ ਮਤਲਬ ਦੇਖਿਆ ਤੇ ਅੱਖਾਂ ਨੇ ਤੇ ਅਸਰ ਕਿਤੇ ਹੋਇਆ ਜਾ ਕੇ ਮਨ ਤੇ। ਉਸ ਤੋਂ ਅਸੀਂ ਕਹਿੰਦੇ ਆ ਕਿ ਮੈਂ ਉਹਦੇ ਬਚਨ ਸੁਣੇ, ਉਹਦੀ ਗੱਲ ਮੇਰੇ ਕੰਨਾਂ ਦੇ ਵਿੱਚ ਪਈ ਤੇ ਮੇਰਾ ਹਿਰਦਾ, ਮੇਰਾ ਮਨ ਜਿਹੜਾ ਨਾ ਉਹ ਤੜਪ ਉੱਠਿਆ। ਮੇਰੇ ਕਹਿਣ ਤੋਂ ਭਾਵ ਕਿ ਦੇਖਿਆ ਅੱਖਾਂ ਨੇ, ਸੁਣਿਆ ਕੰਨਾਂ ਨੇ, ਤੇ ਇਹਦਾ ਅਸਰ ਕਿਹਨੇ ਕਬੂਲ ਕੀਤਾ? ਮਨ ਨੇ। ਇਹਦਾ ਮਤਲਬ ਕਿ ਮਨ ਸਾਡੇ ਸਰੀਰ ਦੇ ਵਿੱਚ ਇੱਕ ਐਸਾ ਹੈ ਜਿਹੜਾ ਬੇਸ਼ੱਕ ਸਾਨੂੰ ਦਿਖਾਈ ਨਹੀਂ ਦਿੰਦਾ, ਲੇਕਿਨ ਉਹ ਫਿਰ ਵੀ ਸਰੀਰ ਦੇ ਵਿੱਚ ਹੈ। ਦੂਸਰਾ, ਵਿਦਵਾਨਾਂ ਨੇ ਮਨ ਦੀ ਪਰਿਭਾਸ਼ਾ ਕੀ ਦੱਸੀ? ਕਹਿੰਦੇ ਇਹ ਮਨ ਇੱਕ ਐਸੀ ਪੰਡ ਹੈ ਜਿਹਦੇ ਵਿੱਚ ਸੰਕਲਪ ਤੇ ਵਿਕਲਪ ਦੇ ਫੁਰਨੇ ਪੈਦਾ ਹੁੰਦੇ ਆ। ਕਿਉਂਕਿ ਜੋ ਕੁਝ ਵੀ ਅਸੀਂ ਬੋਲਦੇ ਆਂ ਉਹ ਬੋਲਣ ਤੋਂ ਪਹਿਲਾਂ ਸਭ ਕੁਝ ਮਨ ਦੇ ਵਿੱਚ ਪੈਦਾ ਹੋ ਰਿਹਾ। ਪਹਿਲਾਂ ਸਭ ਕੁਝ, ਜੋ ਕੁਝ ਵੀ ਅਸੀਂ ਕਰਦੇ ਆਂ ਉਹ ਸਭ ਕੁਝ ਮਨ ਦੇ ਵਿੱਚ ਪਹਿਲਾਂ ਹੀ ਪੈਦਾ ਹੋ ਰਿਹਾ। ਸੰਕਲਪ ਤੇ ਵਿਕਲਪ। ਸੰਕਲਪ ਦਾ ਆਖਰੀ ਅਰਥ ਹੋਰ ਸੌਖਾ ਕਰਦੇ ਆਂ ਚੰਗੇ ਫੁਰਨੇ, ਤੇ ਵਿਕਲਪ ਦਾ ਆਖਰੀ ਅਰਥ ਕਰਦੇ ਆਂ ਵਿਕਾਰੀ ਫੁਰਨੇ, ਮਾੜੇ। ਚੰਗੇ ਤੇ ਮੰਦੇ ਸੌਖਾ ਮੈਂ ਕਰਦਿਆਂ ਹੋਰ, ਮਨ ਦੇ ਵਿੱਚ ਚੰਗੇ ਤੇ ਮੰਦੇ ਖਿਆਲ ਪੈਦਾ ਹੁੰਦੇ। ਸੋ ਮਨ ਕੀ ਹੈ? ਚੰਗੇ ਤੇ ਮੰਦੇ ਖਿਆਲਾਂ ਦੀ ਇੱਕ ਪੰਡ ਹੈ, ਇੱਕ ਪੋਟਲੀ ਹੈ ਮਨ। ਇਹ ਮਨ ਹੈ। ਹੁਣ ਮਨ ਦੇ ਜੇਕਰ ਅਸੀਂ ਪ੍ਰਮਾਣ ਲਈਏ ਗੁਰੂ ਗ੍ਰੰਥ ਸਾਹਿਬ ਚੋਂ, ਮਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮਹਾਂਪੁਰਸ਼ਾਂ ਨੇ ਬਹੁਤ ਮਾੜਾ ਵੀ ਕਿਹਾ। ਇੱਥੋਂ ਤੱਕ ਮਨ ਨੂੰ ਖੋਤਾ ਵੀ ਕਿਹਾ। ਹੁਣ ਖੋਤਾ ਕੀ ਕਰਦਾ? ਖੋਤੇ ਦਾ ਇੱਕ ਔਗਣ ਹੈ ਜੀ, ਜਿੱਥੇ ਉਹਦਾ ਗੁਣ ਹੈ ਕਿ ਉਹ ਮਾਲਕ ਦੇ ਕਹਿਣ ਤੇ ਉਹਦਾ ਭਾਰ ਜਿਹੜਾ ਉਹਦੇ ਉੱਪਰ ਲੱਦਦੇ ਆ ਉਹ ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਕੇ ਜਾਂਦਾ। ਦੂਸਰਾ, ਖੋਤੇ ਦਾ ਇੱਕ ਔਗਣ ਕੀ ਹੈ ਕਿ ਇਸ ਖੋਤੇ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਇਹਨੇ ਆਪਣੇ ਮਾਲਕ ਨੂੰ ਹੀ ਦੁਲੱਤੀ ਮਾਰ ਦੇਣੀ ਹੈ। ਜੇ ਕਿਤੇ ਖੋਤਾ ਵੈੜਾ ਹੋ ਜਾਵੇ ਤੇ ਆਪਣੇ ਮਾਲਕ ਨੂੰ, ਜਿਹੜਾ ਮਾਲਕ ਉਹਨੂੰ ਪੱਠੇ ਪਾ ਰਿਹਾ, ਉਹਦੀ ਸੰਭਾਲ ਕਰ ਰਿਹਾ, ਉਹਨੂੰ ਪਾਣੀ ਪਿਲਾ ਰਿਹਾ, ਉਹ ਬਿਮਾਰ ਹੋਣ ਤੇ ਉਹਦੀ ਦਵਾ ਦਾਰੂ ਵੀ ਕਰ ਰਿਹਾ, ਤੇ ਕਈ ਵਾਰ ਜੇ ਕਿਤੇ ਖੋਤਾ ਵੈੜਾ ਹੋ ਜਾਵੇ ਤੇ ਉਹ ਮਾਲਕ ਨੂੰ ਹੀ ਦੁਲੱਤੀ ਮਾਰ ਦਿੰਦਾ। ਤੇ ਇਸ ਲਈ ਫਿਰ ਮਾਲਕ ਕੀ ਕਰਦਾ? ਜਦੋਂ ਮਾਲਕ ਨੇ ਖੋਤੇ ਦੇ ਉੱਪਰ ਭਾਰ ਲੱਦਣਾ ਹੁੰਦਾ ਨਾ, ਉਸ ਸਮੇਂ ਉਹਦੇ ਪੈਰਾਂ ਦੇ ਵਿੱਚ ਰੱਸਾ ਬੰਨ੍ਹ ਦਿੰਦਾ ਤਾਂ ਜੋ ਇਹ ਹਿੱਲੇ ਨਾ। ਫਿਰ ਜਦੋਂ ਉਹਦੇ ਉੱਪਰ ਪੈਰਾਂ ਦੇ ਵਿੱਚ ਰੱਸਾ ਬੰਨਿਆ ਤੇ ਉਹਦੇ ਸਰੀਰ ਤੇ ਭਾਰ ਲੱਦ ਦਿੰਦਾ, ਫਿਰ ਜਦੋਂ ਉਹਨੂੰ ਲੈ ਕੇ ਜਾਂਦਾ ਇੱਕ ਥਾਂ ਤੋਂ ਦੂਜੇ ਥਾਂ ਤੇ, ਉਹ ਤੋਂ ਪਹਿਲਾਂ ਉਹਦਾ ਰੱਸਾ ਖੋਲ ਦਿੰਦਾ, ਕਿਉਂਕਿ ਉਹਨੂੰ ਪਤਾ ਮਾਲਕ ਨੂੰ ਵੀ ਹੁਣ ਇਹਦੇ ਤੇ ਭਾਰ ਲੱਦਿਆ ਗਿਆ, ਹੁਣ ਇਹਨੇ ਹਿਲਣਾ ਨਹੀਂ। ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਦਾ ਸਾਡਾ ਮਨ ਹੈ। ਇਹ ਮਨ ਨੂੰ ਤੁਸੀਂ ਕਹਿੰਦੇ ਖੁੱਲਾ ਛੱਡ ਦਿਓ, ਤੇ ਇਹ ਮਨ ਕਹਿੰਦੇ ਪਤਾ ਨਹੀਂ ਕਿੱਥੇ ਕਿੱਥੇ ਕਹਿੰਦੇ ਘੁੰਮ ਕੇ ਆਉਂਦਾ, ਕਿਹਦੇ ਕਿਹਦੇ ਘਰ ਦੇ ਵਿੱਚੋਂ ਇਹ ਚੋਰੀਆਂ ਕਰਦਾ। ਜੇਕਰ ਇਸ ਮਨ ਦੇ ਉੱਪਰ ਸਿਮਰਨ ਦਾ, ਨਾਮ ਦਾ ਕਿਤੇ ਬੋਝ ਪਾ ਦਈਏ, ਭਾਰ ਪਾ ਦਈਏ, ਇਹ ਮਨ ਜਿਹੜਾ ਫਿਰ ਟਿਕ ਜਾਂਦਾ ਹੈ। ਮਹਾਰਾਜ ਕਹਿੰਦੇ ਮਨ ਖੁਟਹਰ ਤੇਰਾ ਨਹੀਂ ਵਿਸਾਸ। ਖੁਟਹਰ ਦਾ ਆਖਰੀ ਅਰਥ ਹੈ ਖੋਤਾ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਤੂੰ ਤੇ ਕਹਿੰਦੇ ਖੌਰੂ ਬੜਾ ਪਾਇਆ ਹੋਇਆ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਤਾ। ਖਰ ਕਾ ਪੈਖਰ ਤਉ ਛੂਟੇ ਜੋ ਉੱਪਰ ਲਾਦਾ। ਖਰ ਦਾ ਆਖਰੀ ਅਰਥ ਹੈ ਪੈਰਾਂ ਦੇ ਵਿੱਚ ਖੋਤੇ ਦੇ, ਖੋਤੇ ਨੂੰ ਬੰਨਿਆ। ਖਰ ਦਾ ਆਖਰੀ ਅਰਥ ਹੈ ਖੋਤਾ। ਖਰ ਕਾ ਪੈਖਰ, ਪੈਖਰ ਮੈਨੇ ਉਹਦੇ ਪੈਰਾਂ ਦੇ ਵਿੱਚ ਬੰਨਿਆ ਹੋਇਆ ਰੱਸਾ। ਤਉ ਛੂਟੇ ਜੋ ਉੱਪਰ ਲਾਦਾ। ਇਸੇ ਲਈ ਮਹਾਰਾਜ ਕਹਿੰਦੇ ਇਸ ਮਨ ਨੂੰ ਜੇਕਰ ਤੂੰ ਕਾਬੂ ਕਰਨਾ ਚਾਹੁੰਦਾ, ਇਸ ਮਨ ਨੂੰ ਸ਼ਬਦ ਨਾਲ ਜੋੜ, ਇਸ ਮਨ ਨੂੰ ਨਾਮ ਨਾਲ ਜੋੜ। ਜਦੋਂ ਇਸ ਮਨ ਦੇ ਉੱਪਰ ਸ਼ਬਦ ਦਾ ਤੇ ਨਾਮ ਦਾ ਭਾਰ ਪਵੇਗਾ, ਇਹ ਮਨ ਕਿਸੇ ਪਾਸੇ ਨਹੀਂ ਜਾਵੇਗਾ। ਦੂਸਰਾ ਪ੍ਰਮਾਣ ਮਨ ਦੇ ਬਾਰੇ, ਬਾਬਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਜੀ ਬਸੰਤ ਰਾਗ ਵਿੱਚ।
ਬਸੰਤ ਰਾਗ ਵਿੱਚ ਮਹਾਰਾਜ ਫਰਮਾਉਂਦੇ ਕਿ ਜਿਹੜਾ ਮਨ ਹੈ ਨਾ, ਇਹ ਇੱਕ ਬੱਚੇ ਦੀ ਨਿਆਈ ਹੈ। ਹੁਣ ਅਸੀਂ ਜਦੋਂ ਬੱਚੇ ਨੂੰ ਦੇਖਦੇ ਹਾਂ, ਤੁਸੀਂ ਦੇਖੋ ਜਦੋਂ ਛੋਟਾ ਬੱਚਾ 4 5 6 7 ਮਹੀਨੇ ਦਾ ਮੰਜੇ ਤੇ ਪਾਉਂਦੀ ਮਾਂ, ਉਹ ਬੱਚੇ ਦੇ ਸਰੀਰ ਨੂੰ ਬੜੇ ਧਿਆਨ ਨਾਲ ਦੇਖੋ, ਉਹਦੀਆਂ ਲੱਤਾਂ ਦੇ ਵਿੱਚ ਵੀ ਲੰਮੇ ਪਏ ਹਰਕਤ ਹੈ, ਲੱਤਾਂ ਹਿਲਾ ਰਿਹਾ, ਬਾਹਾਂ ਹਿਲਾ ਰਿਹਾ, ਕਹਿਣ ਤੋਂ ਭਾਵ ਕਿ ਉਸ ਬੱਚੇ ਦਾ ਸਰੀਰ ਜਿਹੜਾ ਸਥਿਰ ਨਹੀਂ ਹੈ। 6 7 ਮਹੀਨੇ ਦਾ ਬੱਚਾ ਧੁੱਪੇ ਪਾਓ, ਤੁਸੀਂ ਉਸ ਬੱਚੇ ਨੂੰ ਦੇਖੋ ਧਿਆਨ ਨਾਲ, ਉਸ ਬੱਚੇ ਦੇ ਸਰੀਰ ਦੇ ਵਿੱਚ ਹਰਕਤ ਹੈ। ਮਹਾਰਾਜ ਕਹਿੰਦੇ ਇਹ ਮਨ ਵੀ ਕਹਿੰਦੇ ਇਸੇ ਤਰ੍ਹਾਂ ਦਾ ਹੈ, ਇਸ ਮਨ ਦੇ ਵਿੱਚ ਵੀ ਕਹਿੰਦੇ ਹਰਕਤ ਹੈ, ਇਹ ਵੀ ਕਹਿੰਦੇ ਟਿਕਦਾ ਨਹੀਂ ਹੈ। ਕਾਇਆ ਨਗਰੀ ਇੱਕ ਬਾਲਕ ਵਸਿਆ, ਇਹ ਕਾਇਆ ਕਹਿੰਦੇ ਇੱਕ ਸਰੀਰ ਹੈ, ਇੱਕ ਨਗਰ ਹੈ, ਇੱਕ ਸ਼ਹਿਰ ਹੈ, ਇਹਦੇ ਵਿੱਚ ਇੱਕ ਬੱਚਾ ਕਹਿੰਦੇ ਵਸਿਆ ਹੋਇਆ। ਕਾਇਆ ਨਗਰੀ ਇੱਕ ਬਾਲਕ ਵਸਿਆ, ਖਿਨ ਪਲ ਥਿਰ ਨਾ ਰਹਾਈ। ਉਹ ਜਿਹੜਾ ਮਨ ਹੈ ਉਹ ਕਹਿੰਦੇ ਇੱਕ ਖਿਨ ਇੱਕ ਪਲ ਵੀ ਕਹਿੰਦੇ ਜਿਹੜਾ ਉਹ ਟਿਕੇ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਇਹ ਮਨ ਇਸ ਤਰ੍ਹਾਂ ਦਾ। ਤੇ ਬਾਬਾ ਕਬੀਰ ਜੀ ਇੱਕ ਥਾਂ ਤੇ ਕਹਿੰਦੇ ਇਹ ਮਨ ਪਤਾ ਕਿਸ ਤਰ੍ਹਾਂ ਦਾ ਹੈਗਾ, ਜਿਸ ਤਰ੍ਹਾਂ ਹਵਾ ਕਹਿੰਦੇ ਚੱਲਦੀ ਹੈ ਤੇ ਬਾਹਰ ਕਹਿੰਦੇ ਨਿਸ਼ਾਨ ਸਾਹਿਬ ਲੱਗਾ ਹੋਇਆ, ਨਿਸ਼ਾਨ ਸਾਹਿਬ ਦੇ ਉੱਪਰ ਕਹਿੰਦੇ ਫਰਲਾ ਹੈ, ਉਹ ਫਰਲਾ ਕਹਿੰਦੇ ਹਿੱਲਦਾ ਹਵਾ ਦੇ ਨਾਲ। ਜੇਕਰ ਹਵਾ ਕਹਿੰਦੇ ਰੁਕ ਵੀ ਜਾਵੇ ਨਾ, ਉਹ ਫਰਲਾ ਕਹਿੰਦੇ ਤਾਂ ਵੀ ਕਹਿੰਦੇ ਹਿੱਲੀ ਜਾਂਦਾ। ਕਹਿਣ ਤੋਂ ਭਾਵ ਕਿ ਇਹ ਮਨ ਜਿਹੜਾ ਇੱਕ ਚੰਚਲ ਹੈ। ਤੁਸੀਂ ਕਦੀ ਨਿਸ਼ਾਨ ਸਾਹਿਬ ਦੇ ਜਾਂ ਝੰਡੇ ਦੇ ਫਰਲੇ ਨੂੰ ਦੇਖਿਓ, ਹਵਾ ਨਾ ਵੀ ਚੱਲਦੀ ਹੋਵੇਗੀ, ਉਹ ਥੋੜਾ ਬਹੁਤਾ ਤਾਂ ਵੀ ਜਿਹੜਾ ਉਹ ਹਿੱਲੀ ਜਾਏਗਾ। ਬਾਬਾ ਕਬੀਰ ਜੀ ਕਹਿੰਦੇ ਸੰਤੋਹ ਮਨ ਪਵਨੇ, ਪਵਨੇ ਮੈਨੇ ਹਵਾ ਦੇ ਵਾਂਗੂ, ਜਿਸ ਤਰ੍ਹਾਂ ਹਵਾ ਜਿਹੜੀ ਚੱਲਦੀ ਹੈ, ਉਸ ਹਵਾ ਦੇ ਚੱਲਣ ਦੇ ਨਾਲ ਨਿਸ਼ਾਨ ਸਾਹਿਬ ਦਾ ਜਾਂ ਝੰਡੇ ਦਾ ਜਿਹੜਾ ਫਰਲਾ ਉਹ ਹਿੱਲਦਾ ਹੈ। ਬਾਬਾ ਕਬੀਰ ਜੀ ਕਹਿੰਦੇ ਇਸ ਤਰ੍ਹਾਂ ਜਿਹੜਾ ਮਨ ਹੈ ਇਹ ਹਿੱਲਦਾ ਪਿਆ, ਲੇਕਿਨ ਇਹਨੂੰ ਮੈਂ ਕਹਿੰਦੇ ਟਿਕਾ ਲਿਆ ਹੋਇਆ। ਸੰਤੋਹ ਮਨ ਪਵਨੇ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ, ਕਿਛ ਜੋਗ ਪ੍ਰਾਪਤ ਗਣਿਆ। ਇਹ ਕਿਸੇ ਦੇ ਨਾਲ ਕਹਿੰਦੇ ਜੁੜ ਗਿਆ, ਹੁਣ ਕਹਿੰਦੇ ਜੁੜਨ ਦੇ ਕਹਿੰਦੇ ਕਾਬਲ ਹੋ ਗਿਆ। ਸੰਤੋਹ ਮਨ ਪਵਨੇ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਗੁਰ ਦਿਖਲਾਈ ਮੋਰੀ, ਗੁਰੂ ਨੇ ਮੈਨੂੰ ਉਹ ਮੋਰੀਆਂ ਦਿਖਲਾ ਦਿੱਤੀਆਂ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਤੇ ਫਿਰ ਮੈਂ ਕੀ ਕੀਤਾ, ਮੂੰਦ ਲਿਏ ਦਰਵਾਜੇ, ਮੈਂ ਆਪਣੇ ਦਰਵਾਜੇ ਕਹਿੰਦੇ ਬੰਦ ਕਰ ਲਏ। ਹੁਣ ਬਾਹਰ ਸਾਧ ਸੰਗਤ ਜੀ, ਚੌਂਕੀਦਾਰ ਬਾਹਰ ਤੁਹਾਡੇ ਮਹੱਲੇ ਦੇ ਵਿੱਚ ਤੁਹਾਨੂੰ ਹੋਕਾ ਦਿੰਦਾ ਹੋਵੇ ਵੀ ਆਪਣੇ ਦਰਵਾਜੇ ਬੰਦ ਕਰਕੇ ਸੌਵੋ, ਜਾ ਕੇ ਸੌਵੋ, ਥੋੜੀ ਹੋਸ਼ ਵਿੱਚ ਸੌਵੋ, ਤੇ ਅਸੀਂ ਸਾਡੇ ਦਰਵਾਜੇ ਵੀ ਖੁੱਲੇ ਹੋਣ ਤੇ ਸੁੱਤੇ ਵੀ ਬੇਹੋਸ਼ੀ ਵਿੱਚ ਹੋਈਏ, ਤੇ ਫਿਰ ਚੋਰ ਤਾਂ ਆਪੀ ਆ ਹੀ ਜਾਣਗੇ ਨਾ। ਫਿਰ ਉਹ ਚੌਂਕੀਦਾਰ ਦਾ ਕੋਈ ਕਸੂਰ ਨਹੀਂ ਹੋਏਗਾ, ਕਿਉਂਕਿ ਉਹਨੇ ਹੋਕਾ ਦਿੱਤਾ ਹੈ। ਜਿੰਨੀ ਦੇਰ ਨੂੰ ਉਹ ਹੋਕਾ ਦੇ ਕੇ ਅਗਲੇ ਪਾਸੇ ਗਿਆ, ਘੁੰਮ ਕੇ ਆਉਣਾ ਉਹਨੇ, ਉਨੀ ਦੇਰ ਨੂੰ ਚੋਰਾਂ ਨੇ ਉਸ ਘਰ ਨੂੰ ਲੁੱਟ ਲੈਣਾ। ਬਾਬਾ ਕਬੀਰ ਜੀ ਫਰਮਾਉਂਦੇ ਸੰਤੋਹ ਮਨ ਪਵਨੇ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਜਿੱਥੋਂ ਦੀ ਕਹਿੰਦੇ ਚੋਰੀ ਆਉਣੀ ਸੀ, ਜਿੱਥੋਂ ਦੀ ਕਹਿੰਦੇ ਸ਼ਿਕਾਰੀ ਅੰਦਰ ਆਉਣੇ ਸੀ ਚੋਰ, ਜਿਤ ਮਿਰਗ ਪੜਤ ਹੈ ਚੋਰੀ। ਮੂੰਦ ਲਿਏ ਦਰਵਾਜੇ, ਬਾਜੀ ਅਲੇ ਅਨਹਦ ਬਾਜੇ, ਮੈਂ ਉਹ ਦਰਵਾਜੇ ਹੀ ਕਹਿੰਦੇ ਬੰਦ ਕਰ ਲਏ। ਕਹਿੰਦੇ ਮੂੰਦ ਲਿਏ ਦਰਵਾਜੇ, ਬਾਜੀ ਅਲੇ ਅਨਹਦ ਬਾਜੇ। ਮਹਾਰਾਜ ਫਰਮਾਉਂਦੇ ਇੱਕ ਹੋਰ ਪ੍ਰਮਾਣ, ਬਾਬਾ ਕਬੀਰ ਜੀ ਕਹਿੰਦੇ ਇਹ ਮਨ ਸ਼ਕਤੀ, ਇਹ ਮਨ ਸਿਓ, ਇਹ ਮਨ ਪੰਚ ਤਤ ਕੋ ਜੀਓ। ਬਾਬਾ ਕਬੀਰ ਜੀ ਕਹਿੰਦੇ ਇਹ ਮਨ ਜਿਹੜਾ ਨਾ ਇਹ ਸ਼ਕਤੀ ਹੈ। ਸ਼ਕਤੀ ਦਾ ਆਖਰੀ ਅਰਥ ਕਰਨਾ ਇਹ ਮਾਇਆ ਦੇ ਵਿੱਚ ਕਹਿੰਦੇ ਰੁੱਝਿਆ ਹੋਇਆ। ਜਦੋਂ ਇਹ ਮਨ ਸੰਸਾਰ ਵਾਲੇ ਪਾਸੇ ਜਾਂਦਾ, ਪਦਾਰਥਾਂ ਵਾਲੇ ਪਾਸੇ ਜਾਂਦਾ, ਤੇ ਇਹ ਮਾਇਆ ਦਾ ਰੂਪ ਹੈ। ਜਦੋਂ ਇਹ ਮਨ ਜਿਹੜਾ ਪਰਮਾਤਮਾ ਦੇ ਵਾਲੇ ਪਾਸੇ ਜਾਂਦਾ, ਨਿਰੰਕਾਰ ਵਾਲੇ ਪਾਸੇ ਜਾਂਦਾ, ਰੱਬ ਵਾਲੇ ਪਾਸੇ ਜਾਂਦਾ, ਤੇ ਇਹ ਨਿਰੰਕਾਰ ਦਾ ਰੂਪ ਹੈ।
मन ही है ना, जिधर नूं मर्जी आपां मोड़ लईए। बाबा कबीर जी कहंदे ए मन शक्ति ए मन सीओ ए मन पंच तत्त को जियो। ए मन जिहड़ा पंज तत्तां दा कहंदे बनिया होया, ए मन शक्ति ए मन सीओ ए मन पंच तत्त को जियो। ए मन ले जो उन मन करे। कहंदे इस मन दे विच जदों पूर्ण कहंदे खड़ा आएगा, ये मन जदों आनंद विच आएगा, जिन्हों आपां पिछे पढ़ के गए हैं, नानक भगतां सदा विकास, जदों इस मन विच कहंदे विकास आएगा। ए मन शक्ति ए मन सीओ ए मन पंच तत्त को जियो। ए मन ले जो उन मन करे तो तीन लोक की बातें कहे। जिन्हों अगली पंक्ति आ रही सी, मन्ने सगल भवन की सुध। तिन्ना भवनां दा इस मन नूं कहंदे पता लग जावेगा। जिथे महाराज ने इस मन नूं खोता किया, उत्थे असीं आनंद साहब दे विच बचन पढ़दे हां, ए मन प्यारिया तू ते बड़ा कहंदे प्यारा, कहंदे ए मन प्यारिया तू सदा सच संभाले। तेरे कोल ते कहंदे हमेशा ही कहंदे सच है, सच तो बगैर कुछ नहीं। सो मन की है, मन दे विचों चंगे ते मंदे जिहड़े विचार है वो उठदे आ। ते गुरु तेग बहादुर जी महाराज ते एक थां ते मन दे बारे कहंदे, गुरु तेग बहादुर जी फरमाउंदे, कहंदे सुवान पूछ जियो भयो ना सूधो। ये मन कहंदे कुत्ते दी पूछ है। कहंदे हुण कुत्ते दी पूछ नूं तुसीं 12 महीने पाइप पाओ सिद्धि करने वास्ते पूछ उपर, तुसीं 12वें महीने दे आखिरी दिन उहदा पाइप बाहर कड्डो, वो फिर घूम के उत्थे आ जांदी है। गुरु तेग बहादुर जी महाराज कहंदे ये मन जिहड़ा एक कुत्ते दी पूछ है। कहंदे सुआन, सुआन दा खरी अर्थ है कुत्ता। सुआन पूछ जियो भयो ना सूधो। बहुत जतन में बड़ी कहंदे कोशिश की, पर यह मन जिहड़ा एक कुत्ते दी पूछ है, ये नहीं हो कहंदे सीधा हुंदा। मेरे कहण तो भाव कि गुरु ग्रंथ साहब जी महाराज विच मन दे जिहड़े प्रमाण है, मन नूं चंगा भी किया, मन नूं साथी भी किया, लेकिन महाराज ने मन नूं खोता ते कुत्ता भी किया। हाँ, ये मन काबू आ सकदा। एक प्रमाण दे के फिर मैं बुद्ध वाले पासे आना। गुरु कुंजी, गुरु दे कोल चाबी है। पाहू निवल, पाहू दा अखरी अर्थ है माया दी पा लगी हुई है। पुरातन समय दे विच कपड़ियां नूं ललारी कोल जदों आपां धुमाउण जांदे सीगे ते उहनूं रंग चाढ़दे सीगे ते ओह एक उत्ते फटकड़ी दे विच पा के उहदी पा दिंदा सीगा भी ये रंग जिहड़ा उतर ना जावे। शायद तुहानूं याद होवे फटकड़ी दी जिहड़ा ललारी सीगा उहदे विच फटकड़ी दा घोल सीगा, उह चों कपड़ा डोबदा सी रंग ला के, तां जो हुण इहदा रंग उतर ना जावे। महाराज कहंदे गुर कुंजी पाहू निवल। निवल मैंने उहदे पैरां नूं माया दी जिहड़ी है वो एक जंदरा वज्जा होया निवल। मन कोठा, मन एक कोठा ते तन छत, ते इस कोठे दे उपर छत है शरीर दी। गुर कुंजी, हुण गुरु दे कोल हैगी है चाबी, जंदरा लगा होया माया दा, मन नूं मन्निया कोठा ते तन जिहड़ा ओहदे उपर एक छत है। उस क्योंकि हुण कोठे दे उपर छत भी चाहिदी है, छत तो बगैर कोठे दी कोई बुकत नहीं। गुरु साहब जी फरमाउंदे गुर कुंजी पाहू निवल, मन कोटा तन छत गुरबिन मन का ताक ना उगड़े। जिहड़ा मन दे बूए बंद होए ना, ये कहंदे गुरु तो बगैर नहीं कहंदे खुलने, क्योंकि गुरु दे कोल ही वो ताले दी की हैगी है चाबी। गुर कुंजी पाहू निवल, मन कोटा तन छत गुरबिन मन का ताक ना उगड़े। अवर ना कुंजी हथ, अवर ना कुंजी हथ। ये जिहड़ा मन नूं जिहड़ा माया दी पाह दा ताला लगा होया, इहदी चाबी किसी होर को नहीं हैगी। ये चाबी सिर्फ ते सिर्फ गुरु कोल ही है, ते गुरु दा शब्द ही जिहड़ा है वो इस मन नूं लगे हुए माया रूपी जंदरे नूं खोल सकदा। महाराज कहंदे गुर कुंजी पाहू निवल, मन कोठा तन छत गुरबिन मन का ताक ना उगड़े। अवर ना कुंजी हथ। अगे चलिए, शब्द है बुद्ध। बुद्ध एक ऐसी शक्ति है
ਜਿਹਨੇ ਫੈਸਲਾ ਲੈਣਾ ਹੁੰਦਾ ਕਿ ਮਨ ਦੇ ਵਿੱਚੋਂ ਜਿਹੜਾ ਫੁਰਨਾ ਆਇਆ ਉਹ ਪਹੁੰਚਿਆ ਜੀ ਬੁੱਧ ਦੇ ਕੋਲ, ਠੀਕ ਹੈ। ਉਸ ਬੁੱਧ ਨੇ ਫੈਸਲਾ ਕਰਨਾ ਕਿ ਇਹ ਜਿਹੜਾ ਫੁਰਨਾ ਇਹ ਮੈਂ ਅੱਗੇ ਜਾਣ ਦਿਆਂ ਜਾਂ ਨਾ ਜਾਣ ਦਿਆਂ। ਅੱਗੇ ਨਾ ਪੰਕਤੀ ਆਵੇਗੀ ਜਪਜੀ ਸਾਹਿਬ ਵਿੱਚ, ਤਿੱਥੇ ਘੜੀਐ ਸੂਰਤ ਮਤ ਮਨ ਬੁੱਧ। ਉੱਥੇ ਚਾਰ ਚੀਜ਼ਾਂ ਦੀ ਗੱਲ ਹੋ ਰਹੀ ਹੈ, ਕਿਉਂਕਿ ਇਹ ਸਾਰਾ ਸਾਡੇ ਸਰੀਰ ਦੇ ਅੰਦਰ ਹੈ। ਮਨ, ਬੁੱਧ, ਸੁਰਤ ਤੇ ਮਤ, ਇਹ ਚਾਰੇ ਚੀਜ਼ਾਂ। ਹੁਣ ਆਪਾਂ ਸਿਰਫ ਦੋਵਾਂ ਦੀ ਗੱਲ ਕਰਨੀ ਹੈ। ਬੁੱਧ ਨੇ ਫੈਸਲਾ ਲੈਣਾ ਹੁੰਦਾ ਕਿ ਮਨ ਦੇ ਵੱਲੋਂ ਜਿਹੜਾ ਫੁਰਨਾ ਪੈਦਾ ਹੋਇਆ ਇਹ ਮੈਂ ਅੱਗੇ ਪਹੁੰਚਾਵਾਂ ਚਾਹੇ ਨਾ ਪਹੁੰਚਾਵਾਂ। ਇਦਾਂ ਇੱਕ ਸਮਝ ਲਓ ਜੀ, ਬੁੱਧ ਇੱਕ ਹੈਗੀ ਹੈ ਕਲਰਕ ਨੇ ਸਾਡੀ ਫਾਈਲ ਦੇਖੀ ਹੈ। ਉਸ ਫਾਈਲ ਦੇ ਵਿੱਚ ਜੇ ਤੇ ਉਹ ਪਾਸ ਹੋਣ ਵਾਲੀ ਹੈਗੀ ਹੈ ਤੇ ਉਹ ਫਾਈਲ ਜਿਹੜੀ ਹੈ ਅਗਲੇ ਅਫਸਰ ਦੇ ਕੋਲ ਜਾਵੇਗੀ। ਬੁੱਧ ਇਹ ਕੰਮ ਕਰਦੀ ਹੈ। ਜੇਕਰ ਮਨ ਦੇ ਵਿੱਚ ਫੁਰਨਾ ਮੰਦਾ ਪੈਦਾ ਹੋਇਆ, ਜਾਣਾ ਉਹ ਬੁੱਧ ਕੋਲ ਹੈ, ਇਹ ਗੱਲ ਨਹੀਂ ਕਿ ਬੁੱਧ ਕੋਲ ਨਹੀਂ ਜਾਣਾ। ਬੁੱਧ ਨੇ ਉਸ ਫੁਰਨੇ ਨੂੰ ਸ਼ੁੱਧ ਕਰਨਾ, ਉਸ ਫੁਰਨੇ ਨੂੰ ਸਾਫ਼ ਕਰਨਾ ਕਿ ਨਹੀਂ ਬਈ ਇਹ ਫੁਰਨਾ ਜਿਹੜਾ ਅੱਗੇ ਨਾ ਜਾਵੇ। ਜੇ ਅੱਗੇ ਇਹ ਫੁਰਨਾ ਚਲਾ ਗਿਆ ਬੁੱਧ ਦੇ ਕੋਲੋਂ ਤੇ ਫਿਰ ਜਿਹੜਾ ਮਨੁੱਖ ਹੈ ਉਹ ਫਿਰ ਔਗਣ ਕਰੇਗਾ। ਮਨ ਦੇ ਵਿੱਚੋਂ ਪੈਦਾ ਹੋਇਆ ਫੁਰਨਾ ਉਹ ਪਹੁੰਚਣਾ ਬੁੱਧ ਦੇ ਕੋਲ। ਬੁੱਧ ਨੇ ਫੈਸਲਾ ਕਰਨਾ ਕਿ ਮੈਂ ਇਹਨੂੰ ਅੱਗੇ ਜਾਣ ਦਿਆਂ ਜਾਂ ਨਾ ਜਾਣ ਦਿਆਂ। ਹੁਣ ਮਹਾਰਾਜ ਕੀ ਕਹਿੰਦੇ ਬੁੱਧ ਇੱਕ ਐਸੀ ਸ਼ਕਤੀ ਹੈ ਜਿਹੜੀ ਮਨ ਦੇ ਵਿੱਚੋਂ ਪੈਦਾ ਹੋਏ ਫੁਰਨਿਆਂ ਦਾ ਫੈਸਲਾ ਕਰਦੀ ਹੈ ਕਿ ਇਹ ਫੁਰਨੇ ਅੱਗੇ ਜਾਣ ਜਾਂ, ਕਿਉਂਕਿ ਅੱਗੇ ਮੱਤ ਬੈਠੀ ਹੋਈ ਹੈ, ਅੱਗੇ ਇਹ ਜਿਹੜੇ ਫੈਸਲੇ ਹੈ ਉਹ ਅੱਗੇ ਜਾਣ ਜਾਂ ਨਾ ਜਾਣ। ਮਨ ਦੇ ਵਿੱਚੋਂ ਪੈਦਾ ਹੋਏ ਜਿਹੜੇ ਗੰਦੇ ਤੇ ਮੈਲੇ ਫੁਰਨੇ ਹੈ, ਬੁੱਧ ਚਾਹੇ ਤੇ ਉਹਨਾਂ ਨੂੰ ਰੋਕ ਸਕਦੀ ਉੱਥੇ। ਤੇ ਅੱਗੇ ਮਹਾਰਾਜ ਕਹਿੰਦੇ ਜੇ ਕਿਤੇ ਬੁੱਧ ਆਪ ਹੀ ਕਹਿੰਦੇ ਭੈੜੇ ਪਾਸੇ ਚੱਲ ਪਵੇ ਨਾ ਤੇ ਫਿਰ ਇਹ ਨੁਕਸਾਨ ਕਹਿੰਦੇ ਇਨਸਾਨ ਦਾ ਹੋ ਜਾਂਦਾ। ਬੁੱਧ ਪਰਮਾਤਮਾ ਦੇ ਵੱਲੋਂ ਬਖਸ਼ੀ ਹੋਈ ਕੁਦਰਤੀ ਦਾਤ ਹੈ। ਤੇ ਦੂਜਾ ਅਸੀਂ ਸ਼ਬਦ ਵਰਤਦੇ ਹਾਂ ਸਿਆਣਪ। ਜਿਹੜੀ ਸਿਆਣਪ ਹੈ ਨਾ ਉਹ ਸਾਨੂੰ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਮਿਲਦੀ ਹੈ। ਸਿਆਣਪ ਰੱਬ ਵੱਲੋਂ ਨਹੀਂ ਮਿਲਦੀ, ਬੁੱਧ ਸਾਨੂੰ ਰੱਬ ਵੱਲੋਂ ਮਿਲਦੀ ਹੋਈ ਇੱਕ ਦਾਤ ਹੈ। ਤੇ ਜਿਹੜੀ ਸਿਆਣਪ ਹੈ ਉਹ ਸਾਡੇ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਮਿਲ ਰਹੀ ਹੈ। ਤੇ ਮਹਾਰਾਜ ਕਹਿੰਦੇ ਜੇਕਰ ਕਿਤੇ ਬੁੱਧ ਤੇ ਸਿਆਣਪ ਇਹ ਪੁੱਠੇ ਪਾਸੇ ਨੂੰ ਚੱਲ ਪੈਣ ਤੇ ਮਨੁੱਖ ਕਹਿੰਦੇ ਔਗਣ ਕਰਦਾ। ਤੇ ਜਿਹੜਾ ਫਿਰ ਔਗਣ ਮਨੁੱਖ ਕਰਦਾ, ਔਗਣ ਕਰਦਾ ਹੋਇਆ ਮਨੁੱਖ ਜਿਹੜਾ ਉਹ ਫਿਰ ਪਛਤਾਉਂਦਾ ਹੈ। ਮਹਾਰਾਜ ਕਹਿੰਦੇ ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਨ ਪਛੋ ਤਾਏ, ਕਰ ਅਵਗਨ ਪਛੋ ਤਾਏ। ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਨ ਪਛੋ ਤਾਏ। ਜੇ ਕਿਤੇ ਬੁੱਧ ਤੇ ਸਿਆਣਪ ਪੁੱਠੇ ਪਾਸੇ ਨੂੰ ਚੱਲ ਪੈਣ ਤੇ ਮਨੁੱਖ ਜਿਹੜਾ ਔਗਣਾ ਦੀ ਪੰਡ ਬਣ ਜਾਂਦਾ। ਮਨੁੱਖ ਕੋਲ ਔਗਣ ਹੀ ਹੈ। ਫਿਰ ਜਿਹੜਾ ਮਨੁੱਖ ਔਗਣ ਕਰਦਾ ਉਹ ਫਿਰ ਔਗਣ ਕਰਕੇ ਬਾਅਦ ਵਿੱਚ ਉਹਨੂੰ ਪਛਤਾਉਣਾ ਪੈਂਦਾ। ਅੱਗੇ ਚਲੀਏ। ਬੁੱਧ ਉਮਰ ਦੇ ਹਿਸਾਬ ਦੇ ਨਾਲ ਇਨਸਾਨ ਦੀ ਬਦਲਦੀ ਹੈ ਜੀ। ਬੱਚੇ ਦੀ ਬੁੱਧ ਕੁਛ ਹੋਰ ਹੈ, ਜਵਾਨੀ ਦੀ ਬੁੱਧ ਕੁਛ ਹੋਰ ਹੈ। ਬੱਚੇ ਦੀ ਬੁੱਧ ਕੀ ਹੈ ਜੀ? ਮਾਸੂਮ ਹੈ, ਉਹਨੂੰ ਚੰਗੇ ਤੇ ਮਾੜੇ ਦਾ ਭੋਲੀ ਹੈ। ਬੱਚੇ ਦੀ ਬੁੱਧ, ਬੱਚੇ ਦੀ ਦੌੜ ਕਿੱਥੇ ਤੱਕ ਹੈਗੀ ਹੈ? ਜਾਂ ਤੇ ਉਹਦੀ ਦੌੜ ਖਾਣ ਤੱਕ ਹੈ ਤੇ ਜਾਂ ਉਹਦੀ ਦੌੜ ਹੈਗੀ ਹੈ ਖਿਲੌਣਿਆਂ ਤੱਕ। ਇਹ ਤੋਂ ਅੱਗੇ ਬੱਚਾ ਨਹੀਂ ਜਾਂਦਾ। ਇਦਾਂ ਹੀ ਆ ਨਾ ਜੀ। ਬੱਚੇ ਦੀ ਬੁੱਧ ਜਿਹੜੀ ਹੈ ਉਹ ਮਾਸੂਮ ਹੈ। ਤੇ ਮਹਾਰਾਜ ਕਹਿੰਦੇ ਜਦੋਂ ਬੱਚੇ ਦੀ ਬੁੱਧ ਮਾਸੂਮ ਹੋਣਾ, ਜਦੋਂ ਇਹ ਬੁੱਧ ਮਾਸੂਮ ਹੁੰਦੀ ਹੈ ਉਦੋਂ ਇਸ ਬੁੱਧ ਕੋਲ ਸੁੱਖ ਹੀ ਸੁੱਖ ਹੁੰਦੇ ਆ। ਹੁਣ ਇੱਕ ਬੱਚਾ ਜੀ, ਉਸ ਬੱਚੇ ਨੂੰ ਨਹੀਂ ਪਤਾ ਕਿ ਮੈਂ ਬਾਪ ਦੇ ਕੋਲੋਂ ਕੀ ਮੰਗਣਾ, ਉਹਨੇ ਮੂੰਹ ਚੋਂ ਕੱਢ ਦੇਣਾ। ਫਿਕਰ ਤਾਂ ਬਾਪੂ ਨੂੰ ਹੈ, ਬੱਚੇ ਨੂੰ ਕੀ ਫਿਕਰ ਹੈ? ਕਿਉਂਕਿ ਬੱਚੇ ਦੀ ਬੁੱਧ ਜਿਹੜੀ ਉਹ ਮਾਸੂਮ ਹੈ। ਉਹ ਬੱਚੇ ਨੇ ਮੰਗ ਲਿਆ, ਉਹਨੂੰ ਕੋਈ ਦੁੱਖ ਨਹੀਂ ਹੈ ਕਿ ਇਹ ਕਿੱਥੋਂ ਚੀਜ਼ ਆਵੇਗੀ ਕਿੱਥੋਂ ਨਹੀਂ ਆਵੇਗੀ। ਉਹਨੇ ਆਪਣਾ ਆਰਡਰ ਕਰ ਦੇਣਾ, ਮੈਨੂੰ ਆ ਚਾਹੀਦੀ ਹੈ। ਕਹਿਣ ਤੋਂ ਭਾਵ ਕਿ ਜਦੋਂ ਬੁੱਧ ਮਾਸੂਮ ਹੈ ਉਦੋਂ ਉਹਦੇ ਵਿੱਚ ਸੁੱਖ ਹੀ ਸੁੱਖ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਪਾਇਓ ਬਾਲ
बाल मैंने बच्चा, पायो बाल बुद्ध सुख रे। कहते जदों तक बुद्ध बच्चे दे कोल है, बच्चे दी अवस्था दे विच है, वो कहता हमेशा ही सुखी है। अगे चलिए, जवानी दी जेड़ी बुद्ध है, जदों बच्चा जवान हुंदा ओदी बुद्ध दे विच चंचलता आ जाती है, चंचलता आ जाती है। महाराज फरमाउंदे चंचल चपल बुद्ध का खेल। ओदी बुद्ध जेड़ी है ना वो फिर टिकदी नहीं एक थां ते। चप्पल मैंने चप्पल वो पैरों वाली नहीं, इत्थे चप्पल का आखरी अर्थ है चप्पल कहना, इनू चप्पल नहीं बोलना, चच्चे ते अद्धा गलाक नहीं बोलना, इनू बोलना चप्पल। चंचल चपल बुद्ध का खेल। कहते फिर जेड़ी वो इंसान की जिहड़ी बुद्ध है ना जवानी दी, वो कहते चंचल बन जाती है। तो महाराज अगे कहते कहते इस जवानी दे विच ही उन्नू फिर अपने शरीर दा, अपने जोबन दा, अपने कम्मां दा उन्नू कहते अहंकार हो जाता। जदों उन्नू कहते अहंकार हो जाता ना, उस समय ओदी बुद्ध जिहड़ी ना वो अहम बुद्ध बन जाती है, हंकारी बुद्ध बन जाती है। जवानी दे विच जदों ओदी बुद्ध चंचल सीगी, वो एक थां ते टिकदी नहीं सीगी, ते जवानी दे विच ही उन्होंने अपने जोश दा, उन्होंने अपनी जवानी दा, उन्होंने अपनी ताकत दा हंकार हो जाता। ते महाराज कहते जेड़ी फिर ऐसी बुद्ध है ना वो परमात्मा दे कोलों कहते कुछ भी प्राप्त नहीं करती। देखो बच्चे नूं हंकार नहीं हुंदा, क्योंकि बच्चा छोटा मासूम है, ओदी बुद्ध मासूम है। जदों वो जवानी वाल आउंदा उस समय उन्होंने अपनी ताकत दी, अपने रूप दी, होर उन्होंने कई चीज़ों का हंकार हो जाता। महाराज कहते फिर ऐसी बुद्ध जिहड़ी ना वो परमात्मा दे कोल जावे, जाके चाहे मत्था भी टेके वो कुछ नहीं प्राप्त करते। महाराज कहते मैं लागर संगेन निम बिरख से चंदने। मैं लागर क्या गया कि चंदन दे दरख्त नूं ही, खुशबू वाले दरख्त नूं। कहते जदों चंदन दे कोल निम जड़ा वो कौड़ा है उहदे कोल हुंदा ते ओ कहते वो भी कहते चंदन दी ओचों स्मैल आउंदी है। मैं लागर संगेन निम बिरख से चंदने। ते महाराज कहते निकट बसंतो बांस, निकट बसंतो बांसो आहा बुद्ध ना बोहते। वो जड़ी बुद्ध जड़ी हंकार वाली सी ना वो कहते फिर वो बांस दी वांगू बन जाती है, वो उच्ची हो जाती है। ते ऐसी बुद्ध कहते रब तो कहते कुछ भी नहीं प्राप्त करती। आपां वचन कर रहे हैं मन्निया मन्ने सुरत होवे मन बुद्ध। ते मैं एक बेनती करा, बाबा कबीर जी ना एक सानू छोटा जिहा सौदा करदे साडे नाल, बाबा कबीर जी। बस इस पंक्ति दे फिर मैं संपता वाह फिर भागे चलीए। बाबा कबीर जी कहते हैं छोटा जिहा सौदा करते हैं, 4 दिन का सौदा जी, सिर्फ 4 दिन च कहते मैं तेरी बुद्ध के अंदर कहते रोशनी कहते कर दूंगा बाबा कबीर जी। ते मेरे ख्याल च 4 दिन के अंदर जे साडी बुद्ध जन्मा जन्मां दी विकारां दे नाल भरी हुई है, ते जे 4 दिन का बाबा कबीर जी सानू कोई सौदा करदे सानू मान लेना चाहिए। सुनियो जी बाबा कबीर जी की कहते, पहला वो मैं अर्थ कर दिया। कहते मेरे पुत्रा ऐतवार तो बाणी पढ़नी शुरू कर दे। नंबर 1 गल, सोमवार नू की होवेगा तेरे अंदर कहते अमृत दा रस कहते चोना शुरू हो जाएगा। मंगलवार नू की करना, आ जड़ा तेरा शरीर है कहते किला, इस शरीर दे किले दे आसे पासे वाड़ ला दे कहते तां जो चोर अंदर ना आ सकन। ते बुधवार बुध करे प्रगास। लो जी प्रमाण बाबा कबीर जी 4 दिनों की बाबा जी कबीर जी खेल दसदे आ, सानू वैसे मान लेनी चाहिए। लो जी आदत करे भगत आरंभ, काया मंदिर मनसा थम। ठीक है जी, मैं इस शब्द के सिर्फ 2 लड़ियां पंक्तियां। सोमवार सस अमृत झरे, चाखत बेग सगल बिखरे। इस कहते अमृत रूपी रस नूं चख लै कहते छेती, कहते देरी ना लाई, कहते चाखत बेग सगल बिखरे, ते सारे विषय ते विकार तेरे दूर हो जाणगे। रोटी खाओ
ਵਿੱਚ ਲੂਣ ਮਸਾਲਾ ਮਿਰਚਾਂ ਜ਼ਿਆਦਾ ਹੋਣ ਤੇ ਅਸੀਂ ਮੰਗਦੇ ਹਾਂ ਥੋੜਾ ਜਿਹਾ ਮਿੱਠਾ ਦੇ ਦਿਓ। ਜਿੱਦਾਂ ਹੀ ਮਿੱਠਾ ਸਾਡੀ ਰਸਨਾ ਤੇ ਆਉਂਦਾ, ਜਿਹੜੀ ਅੰਦਰ ਮਿਰਚਾਂ ਨਾਲ ਸੀਗਾ ਉਹ ਇੱਕ ਪਾਸੇ ਹੋ ਗਿਆ, ਹੋ ਜਾਂਦਾ ਨਾ। ਇਸੇ ਕਰਕੇ ਬਾਬਾ ਕਬੀਰ ਜੀ ਕਹਿੰਦੇ ਆ, ਕਹਿੰਦੇ ਆਦਤ ਕਰੇ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਬ, ਸੋਮਵਾਰ ਸਸ ਅੰਮ੍ਰਿਤ ਚਰੇ, ਚਾਖਤ ਬੇਗ, ਬੇਗ ਮੈਨੇ ਛੇਤੀ, ਚਾਖਤ ਬੇਗ ਸਗਲ ਬਿਖ ਹਰੇ, ਜਿਹੜੇ ਸਾਰੇ ਵਿਸ਼ੇ ਦੇ ਵਿਕਾਰ ਦੂਰ ਹੋ ਜਾਣਗੇ। ਮੰਗਲਵਾਰੇ ਲੈ ਮਹੀਤ, ਮੰਗਲਵਾਰ ਆਪਣੇ ਸਰੀਰ ਰੂਪੀ ਕਿਲੇ ਦੇ ਆਸੇ ਪਾਸੇ ਵਾੜ ਲਾ, ਮੰਗਲਵਾਰੇ ਲੈ ਮਹੀਤ। ਤੇ ਬਾਬਾ ਜੀ ਕਹਿੰਦੇ ਪੰਜ ਚੋਰ ਕੀ ਜਾਣੈ ਰੀਤ, ਤੈਨੂੰ ਪਤਾ ਲੱਗ ਜਾਵੇਗਾ ਉਹ ਪੰਜ ਚੋਰ ਕਿੱਧਰ ਦੀ ਆਉਂਦੇ। ਜਿਹੜਾ ਆਪਾਂ ਪਹਿਲਾ ਪ੍ਰਮਾਣ ਲਿਆ ਸੀ ਬਾਬਾ ਕਬੀਰ ਜੀ ਦਾ, ਸੰਤੋਹ ਮਨ ਪਵਨੇ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਨਿਆ, ਗੁਰ ਦਿਖਲਾਈ ਮੋਰੀ, ਗੁਰੂ ਨੇ ਮੋਰੀਆਂ ਦਿਖਾ ਦਿੱਤੀਆਂ ਜਿੱਧਰ ਦੀ ਆਉਂਦੇ ਸੀਗੇ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲਿਏ ਦਰਵਾਜੇ, ਬਾਜੀ ਅਲੇ ਅਨਹਦ ਬਾਜੇ। ਮੰਗਲਵਾਰੇ ਲੈ ਮੈਂ ਹੀਤ, ਪੰਚ ਚੋਰ ਕੀ ਜਾਣੇ ਰੀਤ, ਬੁੱਧਵਾਰ ਬੁੱਧ ਕਰੇ ਪ੍ਰਗਾਸ। ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਮੰਨੈ ਸੁਰਤ ਹੋਵੇ ਮਨ ਬੁੱਧ, ਤੇਰੀ ਮਨ ਦੇ ਵਿੱਚ ਵੀ ਪ੍ਰਕਾਸ਼ ਆ ਜਾਵੇਗਾ, ਸੋਝੀ ਆ ਜਾਵੇਗੀ, ਤੇ ਤੇਰੀ ਬੁੱਧ ਦੇ ਵਿੱਚ ਵੀ ਮਹਾਰਾਜ ਕਹਿੰਦੇ ਸੋਝੀ ਆ ਜਾਵੇਗੀ। ਉਸ ਨਾਮ ਨੂੰ ਕਹਿੰਦੇ ਮਨ। ਹਾਂ, ਇੱਕ ਮੈਂ ਬੇਨਤੀ ਕਰਾਂ, ਅਸੀਂ ਨਾ ਗੁਰਦੁਆਰੇ ਆਨੇ ਆ ਤੇ ਇੱਕ ਬਚਨ ਕਰੀਏ, ਹਾਰ ਭਰਿਓ स्वामी के द्वारे, ते मंगिए की दीजे बुद्ध विवेका। ये बुद्ध मिलनी किदा? प्रभ के सिमरन तत् ज्ञान बुद्ध, प्रभु दे सिमरन दे विच जुड़ेगा ना ते तेरी बुद्ध जिहड़ी है वो विवेक आ जाएगी। वो बचन सीगा, परसों भी आपां लिया सी बचन, पाठ पढ़ियो और वेद विचारियो, निवल भयंगम साधे, पंच जना स्यों संग न छुटक्यो, अधिक अहम बुद्ध बाधे प्यारे, इन विद मिलन न जाई, मैं किए कर्म अनेका, हार परियो स्वामी के द्वारे दीजे बुद्ध विवेका। ओदे जदों आके ढह पै ओदे कोल आके, हार परियो स्वामी के द्वारे दीजे बुद्ध विवेका। महाराज कहंदे मन्नै सगल भवन की सुध, अगली पंक्ति, मन्ने सगल भवन की सुध, कहंदे तू ओदा नाम नू अंदर हिरदे तो मन, मन्ने सुरत होवे मन बुद्ध, मन्ने सगल भवन की सुध। अगली पंक्ति जी, मन्ने मोह चोटा ना खाए। थोड़ा जिहा देख लीए गुरु ग्रंथ साहब चों किन्नू किन्नू चोटा पैंदियां। कहंदे ओदा नाम मन, हिरदे तो मन, ते तेरे मूँह ते कहंदे चबेड़ा नहीं पैणगियां। एक ना परसों किसी ने फेसबुक ते प्रमाण पाया, अपने पाया स्टेटस पाया कि कोई ऐसा शीशा है जिहड़ा साडे अंदर दा सब कुछ दस देवे। मैं क्या किन्ना भोला मैं क्या, शीशा ते गुरु ग्रंथ साहब जी महाराज है, पर देखण दी कोशिश ही नहीं की। बाहरले शीशिया च लभदे फिरदे आ। गुरु ग्रंथ साहब जी ऐसा दर्पण है। साध संगत जी, तुसी गुरु ग्रंथ साहब जी महाराज दा प्रकाश करके गुस्ती विच बैठो, तुहाडे अंदर दा सब कुछ दस दिंदा, पर नाल ही कहंदा कोई गल नहीं, कहंदा मैं बाहर रौला नहीं पावांगा, मैं तेरे पर्दे ढक लवांगा। निर्गुण राख लिया संतन का सदका, सतगुरु ढाक दिया, मोहे पापी ढकदा साडे पड़दी हो। कहंदा फिकर ना कर, मैं नहीं रौला पावांगा। हाँ, मेरे किते औगणा दा तुहानू पता लग जावे ते जां तुहाडे औगणा दा मैनू पता लग जावे ते शायद आपां पूरे जलंधर दे विच पोस्टर छपा दईए। पर गुरु इन्ना समर्थ है। मैं बेनती कर रहा, मन्ने मुँह झोटा ना खाए। किहड़े किहड़े मूँह ते झोटा पैंदियां जी, सुनो ध्यान नाल। भागहीन भ्रम चोटा खाए, ओदे भाग कहंदे माड़े है, जिहड़ा कहंदे सच नूं नहीं पहचान लिया ते भुलेखिਆਂ दे विच ही जिंदगी अपनी बिता रिया। भ्रम, भ्रमिया होया। भ्रम दा वैसे जे तुसी देखनी ना परिभाषा, ते महाराज कहंदे है, बाबा रविदास जी दा प्रकाश जिहड़ा आ रिहा 16 नूं, ते भ्रम की है माधवे क्या कहिए, भ्रम ऐसा जैसा मानिया होए ना
तैसा। असी मन के बैठे हुए हैं मेरा पुत्र मेरा है, मेरी धी मेरी है, ये भ्रम पाल के बैठे हैं। मेरा मकान जिस मैं रह रहा ये मेरा। महाराज कहते नहीं, ये एक सरां दी न्याई है। कहते पता नहीं किन्ने को आए इस जगह ते किन्निया ने इच रह के जाना। महाराज कहते भागहीन भ्रम चोटां खाए। पहला बचन जी जेड़ा भ्रम दे विच है वो कहते चोटां खा लिया। हाँ, दूसरा प्रमाण नामों भुला चोटां खाए। जेड़ा नाम तो दूर है ना उन्होंने कहते चोटां कहते पैणियां पैणियां, मार उन्होंने कहते पैड़ी पैनी। तीसरा प्रमाण जी जेड़ा इंसान अपनी मर्जी नाल जिंदगी जीउंदा, महाराज कहते उन्होंने भी चोटां पैणियां। सो सिख सखा बंदप है भाई, जे गुर के भाणे विच आवे, अपने भाणे जो चले पाई, विछुड़ चोटां मन्ने मुँह चोटां ना। अपने भाणे जेड़ा चलदा ना महाराज कहते वो चोटां ही खावेगा, उन्होंने मार ही पवेगी। एक होर प्रमाण दे के अगे चलां। असीं एक बचन पढ़दे हां गुरु गोबिंद सिंह जी महाराज दा, रहनी रहे सोई सिख मेरा। फिर देखो महाराज किड्डी ओ सिख नूं दिंदे आ उपाधि, ओ साहिब मैं उसका चेहरा। कहंदे मेरा मालक ओ है, कहंदे सिख। साध संगत जी किसे धर्म दे विच किसे पैगंबर ने अपने अनुयायियों नूं इन्ना उच्चा दर्जा नहीं दिता जिन्ना गुरु गोबिंद सिंह जी दे गए। खालसा मेरो रूप है, खालसे मैं हूं करूं, कहंदे मेरा ही रूप है। कहंदे ये कहंदे ते इत्थे महाराज कह रहे रहनी रहे सोई सिख मेरा, ओ साहिब मैं उसका चेहरा। रहत बिना ना सिख कहावे, रहत बिना दर चोटां खावे। कहंदे जे सिख दी रहत नहीं ना हैगी कहंदे ते उन्नू कहंदे चोटां ही पैणियां, उन्नू मारां ही पैणियां। कहंदे किते आपां रहत दे बारे विचार करांगे, केड़ी केड़ी गुरु गोबिंद सिंह जी महाराज दी रहत है। महाराज कहंदे रहनी रहे सोई सिख मेरा, ओ साहिब मैं उसका चेहरा। रहत बिना न सिख कहावे, रहत बिना दर चोटां खावे। महाराज कहंदे तू ओदा नाम अपने हिरदे तो मन लै, तेनू चोटां नहीं पैणगियां। महाराज फरमाउंदे मन्ने मुँह चोटां ना खाए, मन्ने जम कै साथ ना जाए, जम कै साथ ना जाए। जदों देखो जी जाना तो सारियां ने ही है, तुसी भी जाना मैं भी जाना, सारियां ने जाना। पर महाराज कहंदे जान जान विच भी कहंदे फर्क है। कहंदे कईयां नूं जम जुत्तियां फेर के लैके जांदे आ ते कईयां नूं लैण वास्ते परमात्मा दे वल्लों शुभ आत्मावां आउंदियां। जाना है। एक प्रमाण दे के मैं अगे चलना। जह साधु गोबिंद भजन, जिस घर दे विच बाणी पढ़ी जाती है, जह साधु गोबिंद भजन कीर्तन नानक नीत, जिस घर दे विच अमृत वेले ही चीकां पैण लग पैंदियां, अमृत वेले ही कीर्तन दियां आवाजां आउण लग पैंदियां, जिस घर दे विच अमृत वेले कूकां निकलदियां अमृत दियां, गुरु नानक दी बाणी दियां, परमात्मा नूं पुकारिया जांदा। महाराज कहंदे जय साधु गोबिंद भजन। साध संगत जी कल ना अमृत वेले शामी भाई साहब का फोन आया, भाई अमरजीत सिंह का, कहंदे भी अमृत वेला संभाल है तुसी आयो। तो चलो मैं पहली बार गया, तकरीबन 5:10 ते मैं पहुंचया। 40-45 मिनट बैठा इत्थे आउण तो पहला। मैं गुरु ग्रंथ साहब की हजूरी विच कह रहा, उत्थे बैठ के इन्ना बैराग आया ना। भाई साहब मेरे को आके बैठे आ, ये मेरे नाल गल्लां कर रहे सीगे, मैनू दस रहे सीगे, पर मेरे अंदर बैराग ना मैं भरिया पिया सीगा। और वो बैराग ऐसा सीगा, वो नीर दे रूप दे विच अखां चों निकलिया, और उथों दा बैराग प्राप्त कीता ते घट्टो घट 2:30-3 बजे तक वो बैराग अंदर ही रहा। वो बैराग अंदर, मेरे कहण तो भाव कि जदों तुसी हिरदे दे नाल प्यार दे नाल गुरु दे सन्मुख आउंदे हो ना, उस दिन जिहड़ा तुहाडा दिन है ना, वो एक वखरा ही दिन हुंदा तुहाडी जिंदगी दा।
महाराज इत्थे फरमाउंदे मन्ने जम के साथ ना जाए जय साधु गोबिंद भजन कीर्तन नानक नीत ना हूं न तू नह छुटे निकट न जायो दूत। धर्मराज ने क्या ओ रब्बा सुनी कहंदे जिस घर दे विच कहंदे गुरु नानक दी बाणी पढ़ी जाती है जमदूतां नूं हुक्म कीता कि उस घर दे अग्गों दा की पिछों भी नहीं निकलना। तुसीं कहंदे जय साधु गोबिंद भजन कीर्तन नानक नीत ना हूं न तू नह छुटे निकट न जायो दूत। जमदूतो उस घर दे कोल ना जायो क्योंकि तुहाडे करके मेरा भी छुटकारा नहीं होना ते तुहानूं तुहाडा भी छुटकारा नहीं होना जदों गुरु नानक नूं पता लग गया। इसे लई बाणी कहंदी धर्म राय नूं हुक्म है वह सच्चा कर विचार। गुरु नानक देव जी ने धर्मराज नूं हुक्म कीता मेरा सिख आ रहा बाणी पढ़न वाला गुरमुख जन्म सवार दरगाह चलिया कहंदे देखी सच्चा विचार करी किते ए ना होवे मैनू तेनू सजा देनी पवे। महाराज फरमाउंदे मन्ने जम के साथ ना जाए ऐसा नाम निरंजन होए जे को मन जाने मन कोए। इन्नियां को बेनतियां साध संगत जी प्रवान करनिया क्योंकि हुक्म होया 7 बजे तो क्योंकि 7 बजे तो पहला पहला आनंद साहब शुरू होवे। इन्नियां को बेनतियां प्रवान करनिया हुई भुल्लां चुकां क्षमा करनिया। वाहिगुरू जी का खालसा वाहिगुरू जी की